ਮੇਰੇ ਦਿਓਰ ਦਾ ਨਵਾਂ ਵਿਆਹ ਹੋਇਆ ਸੀ। ਮੇਰੀ ਦਰਾਣੀ ਜਦੋਂ ਵਿਦਾ ਹੋ ਕੇ ਘਰ ਆਈ ਤਾਂ ਆਪਣੇ ਨਾਲ 2 ਪੁਰਾਣੇ ਕੱਪੜਿਆਂ ਵਾਲੇ ਝੋਲੇ ਲੈ ਕੇ ਆਈ। ਮੈਂ ਸੋਚਿਆ ਨਵੀਂ ਵਿਆਹੀ ਵਹੁਟੀ ਤਾਂ ਨਵੇਂ ਕੱਪੜੇ ਲੈ ਕੇ ਆਉਂਦੀ ਹੁੰਦੀ, ਇਹ ਪੁਰਾਣੇ ਝੋਲੇ ਕਿਉਂ ਲੈ ਕੇ ਆਈ। ਇੱਕ ਦਿਨ ਮੈਂ ਕਿਚਨ ਵਿੱਚ ਗਈ ਤਾਂ ਸਾਰੀਆਂ ਰੋਟੀਆਂ ਤੇ ਸਬਜ਼ੀ ਗਾਇਬ ਸੀ। ਮੇਰੀ ਦਰਾਣੀ ਨੇ ਇਕੱਲੀ ਨੇ 8-10 ਬੰਦਿਆਂ ਦਾ ਖਾਣਾ ਖਾ ਲਿਆ ਸੀ। ਮੈਨੂੰ ਤਾਂ ਇਹ ਸਭ ਦੇਖ ਕੇ ਹੈਰਾਨੀ ਹੋ ਰਹੀ ਸੀ। ਪਤਾ ਨਹੀਂ ਉਹ ਸਾਰਿਆਂ ਤੋਂ ਕੀ ਛੁਪਾ ਰਹੀ ਸੀ। ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਰਾਤ ਦੇ 9 ਵਜੇ ਸੀ। ਅਚਾਨਕ ਮੀਂਹ ਪੈਣ ਲੱਗ ਗਿਆ। ਮੈਨੂੰ ਯਾਦ ਆਇਆ ਕਿ ਛੱਤ ਤੇ ਕੱਪੜੇ ਸੁੱਕਣੇ ਪਾਏ ਹੋਏ ਨੇ। ਮੈਂ ਜਲਦੀ ਭੱਜ ਕੇ ਛੱਤ ਤੇ ਗਈ ਤਾਂ ਸਾਰੇ ਕੱਪੜੇ ਉਤਾਰ ਕੇ ਉੱਪਰ ਛੱਤ ਤੇ ਬਣੇ ਕਮਰੇ ਵਿੱਚ ਰੱਖਣ ਲੱਗ ਗਈ ਤਾਂ ਉਸ ਕਮਰੇ ਵਿੱਚ ਮੇਰੀ ਨਨਾਣ ਕਿਸੇ ਨਾਲ ਗੱਲਾਂ ਕਰ ਰਹੀ ਸੀ। ਲਾਈਟ ਵੀ ਬੰਦ ਕੀਤੀ ਸੀ। ਜਦੋਂ ਮੈਂ ਲਾਈਟ ਔਨ ਕੀਤੀ ਤਾਂ ਉਸਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਉਸ ਦੀ ਕੋਈ ਚੋਰੀ ਫੜੀ ਗਈ ਹੋਵੇ। ਮੈਂ ਪੁੱਛਿਆ, ਰੋਸ਼ਨੀ ਤੂੰ ਇੱਥੇ ਕੀ ਕਰ ਰਹੀ ਹੈ? ਤਾਂ ਉਹ ਬੋਲੀ, ਕੁਝ ਨਹੀਂ ਭਾਬੀ, ਮੇਰੀ ਸਹੇਲੀ ਦਾ ਫੋਨ ਆਇਆ ਸੀ। ਥੱਲੇ ਬਾਰਿਸ਼ ਕਰਕੇ ਨੈਟਵਰਕ ਨਹੀਂ ਆ ਰਿਹਾ ਸੀ, ਇਸ ਲਈ ਮੈਂ ਛੱਤ ਤੇ ਗੱਲ ਕਰਨ ਆ ਗਈ ਸੀ। ਥੋੜੇ ਦਿਨਾਂ ਬਾਅਦ ਹੀ ਮੇਰੇ ਦਿਓਰ ਦਾ ਵਿਆਹ ਸੀ। ਉਹਦੇ ਨਾਲ ਕਾਲਜ ਵਿੱਚ ਇੱਕ ਕੁੜੀ ਮਹਿਕ ਪੜ੍ਹਦੀ ਸੀ। ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸੀ, ਪਰ ਘਰ ਦੇ ਪਹਿਲਾਂ ਤਾਂ ਇਸ ਵਿਆਹ ਲਈ ਨਹੀਂ ਮੰਨ ਰਹੇ ਸੀ। ਫਿਰ ਮੇਰੇ ਦਿਓਰ ਦੇ ਜ਼ੋਰ ਪਾਉਣ ਤੇ ਉਹ ਵਿਆਹ ਲਈ ਮੰਨ ਗਏ। ਉਹਨਾਂ ਦੋਹਾਂ ਦਾ ਵਿਆਹ ਹੋ ਗਿਆ। ਮਹਿਕ ਬਹੁਤ ਸੋਹਣੀ ਸੀ। ਮੈਂ ਬਹੁਤ ਖੁਸ਼ ਸੀ। ਮੇਰੀ ਦਰਾਣੀ ਆਉਣ ਵਾਲੀ ਸੀ। ਜਦੋਂ ਉਹ ਘਰ ਆਈ ਤਾਂ ਉਹਦੇ ਕੋਲ ਇੱਕ ਛੋਟਾ ਅਟੈਚੀ ਸੀ ਤੇ 2 ਪੁਰਾਣੇ ਜਿਹੇ ਝੋਲੇ ਸੀ। ਮੈਂ ਸੋਚਿਆ ਵਿਆਹ ਤੋਂ ਬਾਅਦ ਤਾਂ ਕੁੜੀਆਂ ਨਵੇਂ ਕੱਪੜੇ ਲੈ ਕੇ ਆਉਂਦੀਆਂ ਤੇ ਇਹ ਪੁਰਾਣੇ ਕੱਪੜੇ ਕਿਉਂ ਲੈ ਕੇ ਆਈ। ਉਹਨੇ ਉਹ ਝੋਲੇ ਵੀ ਆਪਣੇ ਹੱਥ ਵਿੱਚ ਹੀ ਫੜੇ ਹੋਏ ਸੀ। ਮੈਂ ਕਿਹਾ ਮੈਨੂੰ ਫੜਾ ਦਿਓ, ਮੈਂ ਅੰਦਰ ਰੱਖ ਦਿੰਦੀ ਹਾਂ। ਤਾਂ ਮਹਿਕ ਬੋਲੀ, ਨਹੀਂ ਦੀਦੀ ਤੁਸੀਂ ਰਹਿਣ ਦੇਵੋ, ਮੈਂ ਖੁਦ ਰੱਖ ਦੇਵਾਂਗੀ। ਮੈਨੂੰ ਥੋੜਾ ਜਿਹਾ ਲੱਗ ਰਿਹਾ ਸੀ ਕਿ ਦੱਸ ਭਲਾ ਮੈਂ ਕਿਹੜਾ ਤੇਰੇ ਝੋਲੇ ਨੂੰ ਲੈ ਕੇ ਕਿਤੇ ਭੱਜ ਜਾਣਾ ਸੀ। ਵਿਆਹ ਤੋਂ ਅਗਲੇ ਦਿਨ ਮੈਂ ਉਸਦੇ ਕਮਰੇ ਵਿੱਚ ਸਾਫ਼ ਸਫਾਈ ਕਰਨ ਗਈ। ਉਹ ਕਿਤੇ ਬਾਹਰ ਗਏ ਹੋਏ ਸੀ। ਅਚਾਨਕ ਮੇਰੀ ਨਜ਼ਰ ਉਹਦੇ ਪੁਰਾਣੇ ਝੋਲਿਆਂ ਤੇ ਪੈ ਗਈ। ਮੈਂ ਥੋੜਾ ਕੁ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਪੁਰਾਣੇ ਕੱਪੜੇ ਪਏ ਹੋਏ ਸੀ। ਮੈਂ ਸੋਚਿਆ ਮੇਰੀ ਦਰਾਣੀ ਪਾਗਲ ਤਾਂ ਨਹੀਂ ਜਿਹੜੀ ਆਪਣੇ ਨਾਲ ਪਾਟੇ ਪੁਰਾਣੇ ਕੱਪੜੇ ਲੈ ਕੇ ਆ ਗਈ। ਮੈਂ ਬਾਹਰ ਕੰਮ ਕਰ ਰਹੀ ਸੀ ਤਾਂ ਮੇਰੀ ਸੱਸ ਨੇ ਮੈਨੂੰ ਆਵਾਜ਼ ਮਾਰੀ ਤੇ ਬੋਲੀ, ਅੱਜ ਤੂੰ ਹਜੇ ਤੱਕ ਰੋਟੀ ਨਹੀਂ ਬਣਾਈ? ਮੈਂ ਬੋਲੀ, ਬਣਾਈ ਆ, ਰਸੋਈ ਵਿੱਚ ਹੀ ਆ ਰੋਟੀ। ਤਾਂ ਉਹ ਬੋਲੇ, ਇੱਥੇ ਤਾਂ ਕਿਥੇ ਨਹੀਂ ਆ ਕੇ ਦਿਖਾ ਕਿੱਥੇ ਆ। ਮੈਂ ਕਿਚਨ ਵਿੱਚ ਗਈ। ਜਦੋਂ ਰੋਟੀ ਵਾਲਾ ਡੱਬਾ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਇੱਕ ਵੀ ਰੋਟੀ ਨਹੀਂ ਸੀ, ਨਾ ਹੀ ਸਬਜ਼ੀ ਸੀ। ਮੇਰੀ ਸੱਸ ਮੈਨੂੰ ਬੋਲਣ ਲੱਗ ਗਈ। ਮੈਂ ਕਿਹਾ ਮੈਂ ਝੂਠ ਨਹੀਂ ਬੋਲ ਰਹੀ ਹਾਂ, ਸੱਚੀ ਖਾਣਾ ਬਣਾਇਆ ਸੀ। ਮੈਂ ਤਾਂ ਆਪ ਬਹੁਤ ਹੈਰਾਨ ਸੀ ਕਿ ਸਾਰਾ ਖਾਣਾ ਗਿਆ ਕਿੱਥੇ। ਸਾਡਾ ਰੌਲਾ ਸੁਣਦੇ ਹੀ ਮੇਰੀ ਨਨਾਣ ਤੇ ਦਰਾਣੀ ਵੀ ਆ ਗਈਆਂ। ਉਹ ਬੋਲੀਆਂ, ਸਾਨੂੰ ਭੁੱਖ ਬਹੁਤ ਲੱਗੀ ਸੀ, ਇਸ ਲਈ ਅਸੀਂ ਸਾਰਾ ਖਾਣਾ ਖਾ ਲਿਆ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਦੋਨੋਂ ਪੂਰੇ ਪਰਿਵਾਰ ਦੀਆਂ ਰੋਟੀਆਂ ਕਿਵੇਂ ਖਾ ਸਕਦੀਆਂ। ਵੈਸੇ ਮੇਰੀ ਦਰਾਣੀ ਦਾ ਸੁਭਾਅ ਬਹੁਤ ਵਧੀਆ ਸੀ। ਉਹ ਹਰ ਕੰਮ ਵਿੱਚ ਮੇਰੀ ਮਦਦ ਕਰਦੀ ਸੀ। ਬਸ ਇੱਕ ਗੱਲ ਅਜੀਬ ਸੀ ਕਿ ਉਹ ਜਦੋਂ ਵੀ ਬਾਹਰ ਕੋਈ ਕੰਮ ਦਾ ਦੱਸ ਕੇ ਜਾਂਦੀ ਤਾਂ ਉਹ ਝੋਲੇ ਵੀ ਆਪਣੇ ਨਾਲ ਹੀ ਲੈ ਕੇ ਜਾਂਦੀ ਸੀ ਤੇ ਵਾਪਸ ਵੀ ਲੈ ਆਉਂਦੀ ਸੀ। ਮੇਰੀ ਨਨਾਣ ਦਾ ਵਿਵਹਾਰ ਵੀ ਕੁਝ ਅਲੱਗ ਲੱਗ ਰਿਹਾ ਸੀ। ਅੱਜ ਮੈਂ ਫਿਰ ਜਦੋਂ ਛੱਤ ਤੇ ਗਈ ਤਾਂ ਉਹਦੀ ਕਿਸੇ ਨਾਲ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਰੋਸ਼ਨੀ ਬੋਲ ਰਹੀ ਸੀ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਟਾਈਮ ਤੇ ਸਾਰਾ ਸਮਾਨ ਲੈ ਕੇ ਆ ਜਾਊਂਗੀ। ਮੈਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਰੋਸ਼ਨੀ ਕਿਸ ਨਾਲ ਗੱਲ ਕਰ ਰਹੀ ਸੀ ਤੇ ਕਿਹਦੇ ਕੋਲ ਕਿਹੜਾ ਸਮਾਨ ਲੈ ਕੇ ਜਾਣਾ। ਮੈਂ ਇਸ ਗੱਲ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਬੋਲਿਆ, ਰੋਸ਼ਨੀ ਇਹੋ ਜਿਹੀ ਕੁੜੀ ਨਹੀਂ, ਪਰ ਫਿਰ ਵੀ ਬੱਚਿਆਂ ਦਾ ਕੋਈ ਪਤਾ ਨਹੀਂ ਹੁੰਦਾ। ਤੂੰ ਸਾਰੇ ਪਾਸੇ ਧਿਆਨ ਰੱਖਿਆ ਕਰ, ਮੈਂ ਤਾਂ ਕੰਮ ਤੇ ਹੁੰਦਾ। ਮੈਂ ਕਿਹਾ ਠੀਕ ਹੈ। ਮੇਰੇ ਪਤੀ ਬੋਲੇ, ਭੁੱਖ ਬਹੁਤ ਲੱਗੀ ਆ, ਜਲਦੀ ਰੋਟੀ ਲਿਆਓ।
ਮੈਂ ਕਿਚਨ ਵਿੱਚ ਰੋਟੀ ਲੈਣ ਗਈ। ਜਦੋਂ ਸਬਜ਼ੀ ਪਾਉਣ ਲੱਗੀ ਤਾਂ ਸਬਜ਼ੀ ਦਾ ਇੱਕ ਚਮਚਾ ਵੀ ਨਹੀਂ ਸੀ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ। ਐਨੇ ਨੂੰ ਮਹਿਕ ਵੀ ਆ ਗਈ। ਮੈਂ ਕਿਹਾ, ਮਹਿਕ ਤੂੰ ਖਾਣਾ ਖਾ ਲਿਆ? ਤਾਂ ਉਹ ਬੋਲੀ, ਹਾਂਜੀ ਦੀਦੀ, ਸਬਜ਼ੀ ਬਹੁਤ ਸਵਾਦ ਸੀ, ਮੈਂ ਸਾਰੀ ਖਾ ਲਈ। ਮੈਨੂੰ ਬਹੁਤ ਹੈਰਾਨੀ ਹੋਈ, ਉਸਨੇ ਕੱਲੀ ਨੇ ਭਲਾ ਇੰਨੀ ਸਬਜ਼ੀ ਕਿਵੇਂ ਖਾ ਲਈ। ਮੈਂ ਸੋਚਿਆ ਕੁਝ ਤਾਂ ਗਲਤ ਹੈ, ਮੈਨੂੰ ਇਹਨਾਂ ਤੇ ਨਜ਼ਰ ਰੱਖਣੀ ਪੈਣੀ। ਸ਼ਾਮ ਨੂੰ ਮੇਰੀ ਦਰਾਣੀ ਕੋਈ ਕੰਮ ਦਾ ਕਹਿ ਕੇ ਬਾਜ਼ਾਰ ਗਈ ਸੀ। ਜਦੋਂ ਵਾਪਸ ਆਈ ਤਾਂ ਉਹ ਲੰਗੜਾ ਕੇ ਤੁਰ ਰਹੀ ਸੀ। ਜਦੋਂ ਮੈਂ ਪੁੱਛਿਆ ਕੀ ਹੋਇਆ ਤਾਂ ਬੋਲੀ, ਕੁਝ ਨਹੀਂ, ਲੱਤ ਵਿੱਚ ਦਰਦ ਹੋ ਰਿਹਾ ਹੈ, ਤੇ ਆਪਣੇ ਕਮਰੇ ਵਿੱਚ ਚਲੇ ਗਈ। ਥੋੜੀ ਦੇਰ ਬਾਅਦ ਮੇਰੀ ਨਨਾਣ ਵੀ ਕਾਲਜ ਤੋਂ ਆ ਗਈ ਤੇ ਉਹਦੀ ਬਾਂਹ ਤੇ ਪੈਰ ਤੇ ਵੀ ਸੱਟ ਲੱਗੀ ਹੋਈ ਸੀ। ਉਹ ਵੀ ਹੌਲੀ-ਹੌਲੀ ਤੁਰ ਰਹੀ ਸੀ। ਜਦੋਂ ਮੈਂ ਉਹਨੂੰ ਪੁੱਛਿਆ ਕੀ ਹੋਇਆ, ਇਸ ਤਰ੍ਹਾਂ ਕਿਉਂ ਚੱਲ ਰਹੀ, ਤਾਂ ਉਸ ਨੇ ਕਿਹਾ, ਕੁਝ ਨਹੀਂ, ਬਸ ਉਦਾਂ ਹੀ ਥੋੜਾ ਦਰਦ ਹੋ ਰਿਹਾ। ਇਹਨਾਂ ਦੋਨਾਂ ਦੇ ਇੱਕੋ ਟਾਈਮ ਕਿੱਦਾਂ ਸੱਟ ਲੱਗ ਸਕਦੀ ਹੈ। ਮੈਂ ਮਹਿਕ ਤੇ ਰੋਸ਼ਨੀ ਦੋਨਾਂ ਨੂੰ ਪੁੱਛਿਆ, ਸੱਚ-ਸੱਚ ਦੱਸ ਦਿਓ ਕੀ ਗੱਲ ਹੈ। ਕਦੀ ਕਿਚਨ ਵਿੱਚ ਸਾਰੀਆਂ ਰੋਟੀਆਂ ਗਾਇਬ ਹੋ ਜਾਂਦੀਆਂ ਤੇ ਕਦੀ ਸਬਜ਼ੀ। ਪੁੱਛਣ ਤੇ ਤੁਸੀਂ ਕੋਈ ਸਹੀ ਜਵਾਬ ਨਹੀਂ ਦਿੰਦੀਆਂ ਤੇ ਉਹ ਆਪਣਾ ਪੁਰਾਣਾ ਝੋਲਾ ਲੈ ਕੇ ਕਿੱਥੇ ਜਾਂਦੀਆਂ। ਉਹ ਦੋਨੋਂ ਘਬਰਾ ਗਈਆਂ। ਫਿਰ ਮਹਿਕ ਬੋਲੀ, ਦੀਦੀ ਇਹੋ ਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਸਾਨੂੰ ਗਲਤ ਸਮਝ ਰਹੇ ਹੋ। ਪਰ ਮੇਰੀ ਵੀ ਜਿੱਦ ਸੀ ਕਿ ਅੱਜ ਸਾਰੇ ਸੱਚ ਦਾ ਪਤਾ ਕਰਕੇ ਹੀ ਰਹਿਣਾ। ਫਿਰ ਰੋਸ਼ਨੀ ਬੋਲੀ, ਠੀਕ ਹੈ ਭਾਬੀ, ਤੁਸੀਂ ਚਲੇ ਜਾਓ ਸਾਡੇ ਨਾਲ, ਤੁਹਾਨੂੰ ਸਾਰਾ ਸੱਚ ਦੱਸ ਦਿੰਦੇ ਹਾਂ। ਤੇ ਉਹ ਦੋਨੋਂ ਮੈਨੂੰ ਆਟੋ ਕਰਕੇ ਸ਼ਹਿਰ ਦੇ ਦੂਜੇ ਪਾਸੇ ਲੈ ਗਈਆਂ ਤੇ ਇੱਕ ਅਨਾਥ ਆਸ਼ਰਮ ਦੇ ਸਾਹਮਣੇ ਆਟੋ ਰੁਕ ਗਿਆ ਤੇ ਮੈਨੂੰ ਆਸ਼ਰਮ ਦੇ ਅੰਦਰ ਲੈ ਗਈਆਂ। ਮੈਂ ਕਿਹਾ, ਮੈਨੂੰ ਇੱਥੇ ਕਿਉਂ ਲੈ ਕੇ ਆਈਆਂ? ਤਾਂ ਮਹਿਕ ਬੋਲੀ, ਤੁਸੀਂ ਅੰਦਰ ਤਾਂ ਚਲੋ। ਜਦੋਂ ਮੈਂ ਅੰਦਰ ਗਈ ਤਾਂ ਦੇਖ ਕੇ ਪਹਿਚਾਣ ਗਈ, ਉੱਥੇ ਕੁੜੀਆਂ ਮਹਿਕ ਦੇ ਕੱਪੜੇ ਪਾ ਕੇ ਘੁੰਮ ਰਹੀਆਂ ਸੀ। ਤੇ ਉਹ ਬੋਲੀ, ਦੀਦੀ ਉਹ ਸਾਰੇ ਮੇਰੇ ਵਿਆਹ ਤੋਂ ਪਹਿਲਾਂ ਦੇ ਕੱਪੜੇ ਸੀ, ਮੇਰਾ ਇੱਥੇ ਆਉਣ ਦਾ ਟਾਈਮ ਨਹੀਂ ਲੱਗਿਆ, ਇਸ ਲਈ ਮੈਂ ਪੁਰਾਣੇ ਕੱਪੜੇ ਨਾਲ ਲੈ ਆਈ ਸੀ ਤੇ ਜਦੋਂ ਇੱਥੇ ਲੋੜ ਹੁੰਦੀ ਤਾਂ ਦਾਨ ਕਰ ਜਾਂਦੀ ਹਾਂ। ਰੋਸ਼ਨੀ ਬੋਲੀ, ਉਸ ਦਿਨ ਮੈਨੂੰ ਆਸ਼ਰਮ ਤੋਂ ਹੀ ਫੋਨ ਆਇਆ ਸੀ। ਇਹਨਾਂ ਕੋਲ ਖਾਣ ਨੂੰ ਕੁਝ ਨਹੀਂ ਸੀ, ਤਾਂ ਹੀ ਮੈਂ ਕਹਿ ਰਹੀ ਸੀ ਕਿ ਚਿੰਤਾ ਨਾ ਕਰੋ, ਮੈਂ ਸਾਰਾ ਕੁਝ ਲੈ ਆਉਂਗੀ। ਤਾਂ ਹੀ ਕਦੇ ਰੋਟੀਆਂ ਤੇ ਕਦੇ ਸਬਜ਼ੀ ਗਾਇਬ ਹੁੰਦੀ। ਜਿੰਨੇ ਵੀ ਲੋਕ ਇਸ ਅਨਾਥ ਆਸ਼ਰਮ ਨਾਲ ਜੁੜੇ ਹੋਏ ਸਨ, ਉਹ ਵਾਰੋ-ਵਾਰੀ ਆਪਣੇ ਘਰੋਂ ਖਾਣਾ ਲੈ ਕੇ ਆਉਂਦੇ। ਅਸੀਂ ਘਰ ਵਿੱਚ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਸੀ, ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਸਾਨੂੰ ਇਹ ਕੰਮ ਕਰਨ ਦੇਵੋਗੇ ਜਾਂ ਨਹੀਂ। ਉਹਨਾਂ ਦੀ ਗੱਲ ਸੁਣ ਕੇ ਮੇਰੀ ਤਾਂ ਬੋਲਤੀ ਬੰਦ ਹੋ ਗਈ। ਉਹ ਬਹੁਤ ਨੇਕ ਕੰਮ ਕਰ ਰਹੀਆਂ ਸੀ। ਮੈਂ ਪੁੱਛਿਆ, ਤੁਹਾਡੇ ਦੋਨਾਂ ਦੇ ਇੱਕੋ ਟਾਈਮ ਸੱਟ ਕਿਵੇਂ ਲੱਗੀ? ਤਾਂ ਮਹਿਕ ਬੋਲੀ, ਦੀਦੀ ਅੱਜ ਅਸੀਂ ਆਸ਼ਰਮ ਵਿੱਚ ਸਬਜ਼ੀ ਲੈ ਕੇ ਜਾ ਰਹੀਆਂ ਸੀ ਤਾਂ ਪਿੱਛੇ ਕੁੱਤੇ ਪੈ ਗਏ। ਅਸੀਂ ਦੋਨੋਂ ਡਰ ਦੇ ਮਾਰੇ ਭੱਜ ਗਈਆਂ ਤੇ ਡਿੱਗ ਗਈਆਂ, ਤਾਂ ਹੀ ਸਾਡੇ ਦੋਨਾਂ ਦੇ ਸੱਟ ਲੱਗ ਗਈ। ਮੈਂ ਵੀ ਪ੍ਰਣ ਕਰ ਲਿਆ ਸੀ ਕਿ ਮੈਂ ਵੀ ਇਸ ਨੇਕ ਕੰਮ ਵਿੱਚ ਉਹਨਾਂ ਦੀ ਮਦਦ ਕਰੂੰਗੀ ਤੇ ਗਰੀਬਾਂ ਦਾ ਸਹਾਰਾ ਬਣੂੰਗੀ। ਆਪਣੇ ਲਈ ਤਾਂ ਹਰ ਕੋਈ ਜੀ ਲੈਂਦਾ, ਪਰ ਦੂਜਿਆਂ ਲਈ ਜੀਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ। ਸੋ ਦੋਸਤੋ, ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।